बजाज साहब किस तरह का इंपैक्ट तुसीं समझते हो क्योंकि जिस तरह की हुण लड़ाई चल रही है तो की चीज़ों का फिलहाल जिहड़ा इस वक्त नुकसान सामने आ रहा है अगर भारत के व्यापार की गल की जाए? माल इत्थों लैके जाती है एक्सपोर्ट के ਤੇ ਬਾਹਰੋਂ ਜਿਹੜੇ ਇੰਪੋਰਟ ਦੇ ਮਾਲ ਲੈ ਕੇ ਆਉਂਦੀ ਹੈ ਉਹ ਸਾਰੀ ਦੁਨੀਆ ਦੀ ਲੜਾਈ ਹੈ। ਇੱਕ ਹਫ਼ਤੇ ਦੀ ਲੜਾਈ ਨਾਲ ਸ਼ਿਪਿੰਗ ਇੰਡਸਟਰੀ ਆਲਰੇਡੀ ਇਫੈਕਟ ਹੋ ਗਈ ਔਰ ਅਗਰ ਲੜਾਈ ਲੰਬੀ ਚੱਲ ਗਈ ਤੇ ਇਹਦੇ ਸਪੈਸ਼ਲੀ ਇੰਪੋਰਟ ਔਰ ਐਕਸਪੋਰਟ ਹਰ ਤਰ੍ਹਾਂ ਦੇ ਕੋਈ ਪਾਰਟਿਕੂਲਰ ਟ੍ਰੇਡ ਨਹੀਂ, ਕੋਈ ਟ੍ਰੇਡ ਨਹੀਂ ਬਚੇਗਾ ਜਿੱਤੇ ਨੁਕਸਾਨ ਨਹੀਂ ਹੋਏਗਾ। ਲੜਾਈ ਤੇ ਦੋ ਮੁਲਕਾਂ ਦੀ ਹੈ ਤਾਂ ਉਹਦਾ ਪੂਰੇ ਯੂਰਪ 'ਚ ਕਿਸ ਤਰ੍ਹਾਂ ਇੰਪੈਕਟ ਆਏਗਾ? ਸਾਰੇ ਯੂਰਪ ਦੀਆਂ ਪੋਰਟਸ ਆਲਰੇਡੀ ਸ਼ਿਪਿੰਗ ਲਾਈਨ ਨੇ ਉੱਥੋਂ ਵਾਸਤੇ ਜਿਹੜਾ ਮਾਲ ਬੁੱਕ ਕਰਨੇ ਬੰਦ ਕਰ ਦਿੱਤੇ। ਜਿਹੜੇ ਮਾਲ ਰਸਤੇ 'ਚ ਵੀ ਹੈ ਉਹਨਾਂ ਦਾ ਫੇਟ ਅਨਸਰਟਨ ਹੋ ਗਿਆ ਕਿ ਉਹ ਮਾਲ 15 ਦਿਨਾਂ 'ਚ ਪਹੁੰਚਣਾ ਹੈ ਕਿ 2 ਮਹੀਨਿਆਂ 'ਚ ਪਹੁੰਚਣਾ ਹੈ। ਉਹ ਸ਼ਿਪਿੰਗ ਲਾਈਨ ਦੀਆਂ ਜੈਨੂਇਨ ਡਿਫਿਕਲਟੀਜ਼ ਆ। ਉਹਨਾਂ ਨੇ ਸੇਫ ਐਂਡ ਸਾਊਂਡ ਲੋਕਾਂ ਦਾ, ਵਪਾਰੀਆਂ ਦਾ ਕਰੋੜਾਂ ਅਰਬਾਂ ਰੁਪਏ ਦਾ ਮਾਲ ਹਰ ਵੇਲੇ ਪਹੁੰਚਾਉਣਾ ਹੁੰਦਾ ਹੈ। ਆਈਟਮਸ ਜਿਹੜੀਆਂ ਨੇ ਸਭ ਤੋਂ ਜ਼ਿਆਦਾ ਜਿਹੜੀਆਂ ਭਾਰਤ ਦੇ ਨਾਲ ਜੁੜੀਆਂ ਨੇ ਪ੍ਰਭਾਵਿਤ ਹੋ ਰਹੀਆਂ ਨੇ। ਕੋਈ ਆਈਟਮ ਮਤਲਬ ਦੇਖੋ ਜੈਸੇ ਅੰਮ੍ਰਿਤਸਰ ਜਿਹੜਾ ਬਾਸਮਤੀ ਰਾਈਸ ਦਾ ਬੜਾ ਵੱਡਾ ਘਰ ਹੈ, ਉਹ ਡਰਾਈ ਫਰੂਟ ਦਾ ਬੜਾ ਵੱਡਾ ਸੈਂਟਰ ਹੈ। ਹੋਰ ਬੜੇ ਟ੍ਰੇਡ ਹੈ ਜਿਹੜੇ ਇੱਥੋਂ ਜਿਹੜਾ ਵਾ ਸਾਰੇ ਹੀ ਜਿਹੜੇ ਇਫੈਕਟ ਹੋ ਜਾਣਗੇ। ਯੂਰਪ ਤਾਂ ਇਹਨਾਂ ਨੇ ਬੁਕਿੰਗ ਹੀ ਬੰਦ ਕਰ ਦਿੱਤੀ ਹੈ। ਸਿਮਿਲਰਲੀ ਜਿਹੜਾ ਉੱਧਰ ਯੂਰਪ ਤੋਂ ਇੰਪੋਰਟ ਦਾ ਮਾਲ ਹੈ ਉਹ ਕਈ ਤਰ੍ਹਾਂ ਦਾ ਉਹ ਵੀ ਆਣਾ ਰੁਕ ਜਾਏਗਾ ਜਾਂ ਡਿਲੇ ਹੋਏਗਾ। ਯੂਕਰੇਨ ਅਤੇ ਰਸ਼ੀਆ ਵਿਚਾਲੇ ਹੋ ਰਹੀ ਜੰਗ ਦਾ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਹੈ ਇਫੈਕਟ ਨਜ਼ਰ ਆ ਰਿਹਾ ਹੈ ਤਾਂ ਬਹੁਤ ਸਾਰੇ ਜਿਹੜੇ ਕਾਰੋਬਾਰ ਨੇ ਉਹ ਵੀ ਹੁਣ ਇਫੈਕਟਡ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਲੜਾਈ ਵੱਧ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਹੋਏਗਾ। ਸਾਡੇ ਨਾਲ ਬੀਕੇ ਬਜਾਜ ਜੀ ਨੇ ਜੋ ਕਿ ਭਾਰਤ ਪਾਕਿਸਤਾਨ ਦੇ ਵਪਾਰੀ ਵੀ ਨੇ ਤੇ ਇੰਟਰਨੈਸ਼ਨਲੀ ਬਹੁਤ ਸਾਰੀ ਐਕਸਪੋਰਟ ਵੀ ਕਰਦੇ ਨੇ। ਬਜਾਜ ਸਾਹਿਬ ਕਿਸ ਤਰ੍ਹਾਂ ਦਾ ਇੰਪੈਕਟ ਤੁਸੀਂ ਸਮਝਦੇ ਹੋ ਕਿਉਂਕਿ ਜਿਸ ਤਰ੍ਹਾਂ ਦੀ ਹੁਣ ਲੜਾਈ ਚੱਲ ਰਹੀ ਹੈ ਤਾਂ ਕੀ ਚੀਜ਼ਾਂ ਦਾ ਫਿਲਹਾਲ ਜਿਹੜਾ ਇਸ ਵਕਤ ਨੁਕਸਾਨ ਸਾਹਮਣੇ ਆ ਰਿਹਾ ਹੈ ਅਗਰ ਭਾਰਤ ਦੇ ਵਪਾਰ ਦੀ ਗੱਲ ਕੀਤੀ ਜਾਵੇ? ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹਦੇ ਨਾਲ ਸਭ ਤੋਂ ਪਹਿਲਾ ਇਫੈਕਟ ਆਉਣਾ ਹੈ ਸਾਡੀ ਜਿਹੜੀ ਇੰਟਰਨੈਸ਼ਨਲ ਸ਼ਿਪਿੰਗ ਇੰਡਸਟਰੀ ਹੈ, ਜਿਹੜੀ ਸਾਰੀ ਦੁਨੀਆ ਭਰ ਦੇ ਮਾਲ ਇੱਥੋਂ ਲੈ ਕੇ ਜਾਂਦੀ ਹੈ ਐਕਸਪੋਰਟ ਦੇ ਤੇ ਬਾਹਰੋਂ ਜਿਹੜੇ ਇੰਪੋਰਟ ਦੇ ਮਾਲ ਲੈ ਕੇ ਆਉਂਦੀ ਹੈ ਉਹ ਸਾਰੀ ਦੁਨੀਆ ਦੀ ਲੜਾਈ ਹੈ। ਇੱਕ ਹਫ਼ਤੇ ਦੀ ਲੜਾਈ ਨਾਲ ਸ਼ਿਪਿੰਗ ਇੰਡਸਟਰੀ ਆਲਰੇਡੀ ਇਫੈਕਟ ਹੋ ਗਈ ਔਰ ਅਗਰ ਲੜਾਈ ਲੰਬੀ ਚੱਲ ਗਈ ਤੇ ਇਹਦੇ ਸਪੈਸ਼ਲੀ ਇੰਪੋਰਟ ਔਰ ਐਕਸਪੋਰਟ ਹਰ ਤਰ੍ਹਾਂ ਦੇ ਕੋਈ ਪਾਰਟਿਕੂਲਰ ਟ੍ਰੇਡ ਨਹੀਂ, ਕੋਈ ਟ੍ਰੇਡ ਨਹੀਂ ਬਚੇਗਾ ਜਿੱਤੇ ਨੁਕਸਾਨ ਨਹੀਂ ਹੋਏਗਾ। ਪਰ ਸਰ ਲੜਾਈ ਤੇ ਦੋ ਮੁਲਕਾਂ ਦੀ ਹੈ ਤਾਂ ਉਹਦਾ ਪੂਰੇ ਯੂਰਪ 'ਚ ਕਿਸ ਤਰ੍ਹਾਂ ਇੰਪੈਕਟ ਆਏਗਾ ਜੀ? ਸਾਰੇ ਯੂਰਪ ਦੀਆਂ ਪੋਰਟਸ ਆਲਰੇਡੀ ਸ਼ਿਪਿੰਗ ਲਾਈਨ ਨੇ ਉੱਥੋਂ ਵਾਸਤੇ ਜਿਹੜਾ ਮਾਲ ਬੁੱਕ ਕਰਨੇ ਬੰਦ ਕਰ ਦਿੱਤੇ ਹੈ। ਜਿਹੜੇ ਮਾਲ ਰਸਤੇ 'ਚ ਵੀ ਹੈ ਉਹਨਾਂ ਦਾ ਫੇਟ ਅਨਸਰਟਨ ਹੋ ਗਿਆ ਕਿ ਉਹ ਮਾਲ 15 ਦਿਨਾਂ 'ਚ ਪਹੁੰਚਣਾ ਹੈ ਕਿ 2 ਮਹੀਨਿਆਂ 'ਚ ਪਹੁੰਚਣਾ ਹੈ। ਉਹ ਸ਼ਿਪਿੰਗ ਲਾਈਨ ਦੀਆਂ ਜੈਨੂਇਨ ਡਿਫਿਕਲਟੀਜ਼ ਆ। ਉਹਨਾਂ ਨੇ ਸੇਫ ਐਂਡ ਸਾਊਂਡ ਲੋਕਾਂ ਦਾ, ਵਪਾਰੀਆਂ ਦਾ ਕਰੋੜਾਂ ਅਰਬਾਂ ਰੁਪਏ ਦਾ ਮਾਲ ਹਰ ਵੇਲੇ ਪਹੁੰਚਾਉਣਾ ਹੁੰਦਾ ਹੈ। ਇਹ ਉਹਨਾਂ ਦੀ ਪ੍ਰੋਬਲਮ ਹੈ। ਕਿਹੜੀ ਆਈਟਮਸ ਜਿਹੜੀਆਂ ਨੇ ਸਭ ਤੋਂ ਜ਼ਿਆਦਾ ਜਿਹੜੀਆਂ ਭਾਰਤ ਦੇ ਨਾਲ ਜੁੜੀਆਂ ਨੇ ਪ੍ਰਭਾਵਿਤ ਹੋ ਰਹੀਆਂ ਨੇ? ਸਵਾਲ ਹੈ ਜੀ ਕੋਈ ਇੱਕ ਦੋ ਆਈਟਮਾਂ ਲੈਣ ਦਾ, ਨਾਰ ਲੈਣ ਦਾ ਲੋੜ ਨਹੀਂ। ਕੋਈ ਆਈਟਮ ਮਤਲਬ ਦੇਖੋ ਜੈਸੇ ਅੰਮ੍ਰਿਤਸਰ ਜਿਹੜਾ ਬਾਸਮਤੀ ਰਾਈਸ ਦਾ ਬੜਾ ਵੱਡਾ ਘਰ ਹੈ, ਉਹ ਡਰਾਈ ਫਰੂਟ ਦਾ ਬੜਾ ਵੱਡਾ ਸੈਂਟਰ ਹੈ। ਹੋਰ ਬੜੇ ਟ੍ਰੇਡ ਹੈ ਜਿਹੜੇ ਇੱਥੋਂ ਜਿਹੜਾ ਵਾ ਉਹ ਸਾਰੇ ਹੀ ਜਿਹੜੇ ਇਫੈਕਟ ਹੋ ਜਾਣਗੇ। ਯੂਰਪ ਤਾਂ ਇਹਨਾਂ ਨੇ ਬੁਕਿੰਗ ਹੀ ਬੰਦ ਕਰ ਦਿੱਤੀ ਹੈ। ਸਿਮਿਲਰਲੀ ਜਿਹੜਾ ਉੱਧਰ ਯੂਰਪ ਤੋਂ ਇੰਪੋਰਟ ਦਾ ਮਾਲ ਹੈ ਉਹ ਕਈ ਤਰ੍ਹਾਂ ਦਾ ਉਹ ਵੀ ਆਣਾ ਰੁਕ ਜਾਏਗਾ ਜਾਂ ਡਿਲੇ ਹੋਏਗਾ। ਇਹ ਲੜਾਈ ਜਿਹੜੀ ਹੈ ਜਿੰਨੀ ਜਲਦੀ ਅਸੀਂ ਰੱਬ ਅੱਗੇ ਦਰਖਾਸਤ ਬੇਨਤੀ ਕਰ ਸਕਦੇ ਹਾਂ ਕਿ ਲੜਾਈ ਜਲਦੀ ਮੁੱਕੇ ਤੇ ਅਮਨ ਸ਼ਾਂਤੀ ਹੋਵੇ ਤਾਂ ਕਿ ਨਾਰਮਲ ਸੀ ਜਿੰਨੀ ਜਲਦੀ ਹੋ ਸਕਦੀ ਹੋਵੇ। ਭਾਰਤ ਦੀ ਕਿਹੜੀ ਇੰਡਸਟਰੀਜ਼ ਦਾ ਜਿਹੜਾ ਕੁਝ ਸਮਾਨ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਕਿਹੜਾ ਪ੍ਰਭਾਵਿਤ ਹੋ ਸਕਦਾ ਇਹਦੇ ਤੋਂ? ਦੇਖੋ ਜਿਹੜੀ ਵੀ ਇੰਡਸਟਰੀ, ਭਾਵੇਂ ਤੁਸੀਂ ਆਟੋਮੋਬਾਈਲ ਲੈ ਲਓ, ਭਾਵੇਂ ਟੈਲੀਫੋਨ ਲੈ ਲਓ, ਭਾਵੇਂ हैंड टूल ले लो, ड्राई फ्रूट ले लो, चावल ले लो, कोई भी दुनिया भर दी दूर की जाना तुसी अपने अज कच्चे तेल दे भाव देखो कित्थों कित्थे पहुँच गए हैं। उहदा अल्टीमेटली कंज्यूमर ते असर आएगा, महंगाई बहुत वधेगी। ये सरकार कुछ कर नहीं सकती। इंटरनेशनल रीजनस इहो जिहे हो जाएंगे कि सरकार भी दे वसों बाहर हो जाएगा, कुछ कर नहीं सकेगी। ਫਿਲਹਾਲ ਪਿਛਲੇ ਅਗਰ 8 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਹੜੀ ਚੀਜ਼ਾਂ ਜਿਹੜੀਆਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਨਜ਼ਰ ਆ ਰਹੀਆਂ ਇੰਟਰਨੈਸ਼ਨਲੀ ਅਗਰ ਟ੍ਰੇਡ ਦੀ ਗੱਲ ਕੀਤੀ ਜਾਵੇ? ਸਵਾਲ ਹੈ ਜੀ ਇਹਦੇ 'ਚ ਮੈਂ ਤੁਹਾਨੂੰ ਦੂਸਰੀ ਵਾਰੀ ਦੱਸ ਰਿਹਾ ਕਿ ਜਿਹੜਾ ਵਾ ਕੋਈ ਆਈਟਮ ਨਹੀਂ ਬਚੇਗੀ। ਹੱਲੇ ਤਾਂ ਉਹਦਾ ਲੰਬਾ ਚੌੜਾ ਅਸਰ ਦਿਸ ਨਹੀਂ ਰਿਹਾ ਕਿਉਂਕਿ ਪਾਈਪਲਾਈਨ 'ਚ ਬੜੇ ਮਾਲ ਪਏ ਆ, ਲੋਕਾਂ ਦੇ ਗੋਦਾਮਾਂ 'ਚ ਮਾਲ ਪਏ ਆ। ਅਗਰ ਇਹ ਲੜਾਈ ਲੰਬੀ ਚੱਲ ਗਈ ਤੇ 15 ਦਿਨ ਬਾਅਦ ਇਹਦਾ ਹਰ ਆਈਟਮ ਵਿੱਚ ਤੁਹਾਨੂੰ ਅਸਰ ਦਿਸੇਗਾ। ਕਿਉਂਕਿ ਪ੍ਰੋਡਕਟ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਕੁਝ ਜਿਹੜੀ ਹੈ ਕੋਈ ਗੈਸ ਦੀ ਕੀਮਤਾਂ ਵੀ ਵੱਧ ਰਹੀਆਂ ਨੇ, ਤੇਲ ਦੀ ਕੀਮਤਾਂ ਵੀ ਵੱਧ ਰਹੀਆਂ ਨੇ ਤਾਂ ਇਹਦਾ ਇੰਪੈਕਟ ਕਿਆ ਲੋਕਲ ਲੈਵਲ 'ਤੇ ਪਏਗਾ? ਅਗਰ ਵੱਡੇ ਵਪਾਰ ਦੀ ਗੱਲ ਕੀਤੀ ਜਾਵੇ ਤਾਂ ਸ਼ਿਪਿੰਗ ਇੰਡਸਟਰੀਜ਼ ਜਾਂ ਜਿਹੜਾ ਮਾਲ ਭੇਜਣ ਦਾ ਜ਼ਰੀਆ ਉਹਦੇ 'ਤੇ ਕਿੰਨਾ ਫਰਕ ਪਏਗਾ? ਸਵਾਲ ਹੈ ਜੀ ਡਿਸਰਪਟ ਹੋ ਜਾਏਗਾ ਸਾਰਾ। ਪਹਿਲੀ ਤਾਂ ਗੱਲ ਹੈ ਜਿਹੜਾ ਕੰਟੇਨਰ ਮੇਰਾ ਯੂਰਪ ਵਿੱਚ ਅਗਰ 1 ਮਹੀਨੇ 'ਚ ਪਹੁੰਚਦਾ ਸੀ ਜਾਂ 3 ਹਫ਼ਤਿਆਂ 'ਚ ਪਹੁੰਚਦਾ ਸੀ
ਉਹ ਪਤਾ ਨਹੀਂ 1.5 ਮਹੀਨੇ 'ਚ ਪਹੁੰਚਣਾ ਹੈ ਕਿ 3 ਮਹੀਨੇ 'ਚ ਪਹੁੰਚਣਾ ਹੈ, ਉਹਦਾ ਕੋਈ ਸਿਰ ਪੈਰ ਨਹੀਂ ਰਿਹਾ। ਬਿਲਕੁਲ ਸਾਰੀ ਇੰਡਸਟਰੀ, ਸ਼ਿਪਿੰਗ ਇੰਡਸਟਰੀ ਪੈਰਾਲਾਈਜ਼ ਹੋਈ ਹੈ। ਬਹੁਤ ਸਾਰੀਆਂ ਸ਼ਿਪਿੰਗ ਇੰਡਸਟਰੀ ਲਾਈਨ ਨੇ, ਸ਼ਿਪਿੰਗ ਲਾਈਨ ਨੇ ਬਹੁਤ ਸਾਰੀਆਂ ਡੈਸਟੀਨੇਸ਼ਨਸ ਵਾਸਤੇ ਆਪਣੀ ਬੁਕਿੰਗ ਹੀ ਬੰਦ ਕਰ ਦਿੱਤੀ ਹੈ। ਕਿਹੜੀ ਕੰਟਰੀਜ਼ ਜਿਹੜੀ ਜ਼ਿਆਦਾ ਅਫੈਕਟਡ ਇਸ ਵਕਤ ਜਿਹੜੀ ਨਜ਼ਰ ਆ ਰਹੀਆਂ ਯੂਰਪ ਦੇ ਵਿੱਚ? ਸਪੈਸ਼ਲੀ ਈਸਟਰਨ ਯੂਰਪ ਜੀ, ਸਪੈਸ਼ਲੀ ਜਿਹੜੇ ਮੁਲਕ ਇਫੈਕਟ ਹੋਏ ਆ ਉੱਥੇ ਤਾਂ ਬਿਲਕੁਲ ਹੀ ਬੰਦ ਕਰ ਦਿੱਤੀ ਹੈ। ਵੈਸਟਰਨ ਯੂਰਪ ਦੀ ਮਾੜੀ ਮੋਟੀ ਹੱਲੇ ਚੱਲਦੀ ਪਈ, ਉਹ ਵੀ ਕਿਸ ਦਿਨ ਬੰਦ ਹੋ ਜਾਣੀ ਉਹਦਾ ਵੀ ਕੁਝ ਨਹੀਂ ਪਤਾ। ਉੱਥੋਂ ਦੇ ਵਪਾਰੀਆਂ ਨਾਲ ਗੱਲ ਹੁੰਦੀ ਤਾਂ ਕਿਸ ਤਰ੍ਹਾਂ ਦੀ ਗੱਲ ਕਹਿ ਰਹੇ ਨੇ ਜੀ ਇਸ ਵਕਤ? ਵਪਾਰੀ ਬਿਲਕੁਲ ਕਹਿੰਦੇ ਜੀ ਜਿਹੜੀ ਅਨਸਰਟਨਟੀ ਦੀ ਫੇਸ 'ਚ ਅਸੀਂ ਚੱਲਦੇ ਪਏ ਆ, ਉਹੀ ਅਨਸਰਟਨਟੀ ਦੀ ਫੇਸ 'ਚ ਉਹ ਚੱਲਦੇ ਪਏ ਆ। ਸਭ ਦੀ ਸਮਝ ਤੋਂ ਬਾਹਰ ਹੈ ਕਿ ਕੋਈ ਦਰਖਾਸਤ ਹੈ ਕਿ ਲੜਾਈ ਕਿਸੇ ਤਰ੍ਹਾਂ ਵਧੇ ਨਾ, ਸ਼ਾਂਤੀ ਹੋ ਜਾਵੇ ਤਾਂ ਕਿ ਦੁਨੀਆ ਅੱਗੇ 2 ਸਾਲ ਦੇ ਕਰੋਨਾ ਦੇ ਬੜੇ ਵੱਡੇ ਸੰਕਟ 'ਚੋਂ ਬੜੀ ਮੁਸ਼ਕਲ ਨਾਲ ਨਿਕਲੀ ਹੈ ਤੇ ਨਵਾਂ ਸੰਕਟ ਸਾਰੀ ਦੁਨੀਆ ਦੇ ਸਿਰ ਤੇ ਉੱਤੇ ਪੈ ਗਿਆ। ਰਸ਼ੀਆ ਅਗਰ ਯੂਕਰੇਨ ਦੇ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕੀਤੀ, ਕਿਉਂਕਿ ਤੁਸੀਂ ਦੱਸਿਆ ਕਿ ਇੱਕ ਇਲਾਕਾ ਜਿਹੜਾ ਬਹੁਤ ਇਹ ਕਿੱਡੀ ਕੁ ਵੱਡੀ ਮਾਰਕੀਟ ਹੈ ਜੀ ਵਰਲਡ ਦੀ? रशिया आप खुद अपने तौर पे बड़ी वड्डी मार्केट है। ईस्टर्न यूरोप सारा बड़े वड्डी मार्केट है। यूक्रेन आप बड़ा वड्डा कई आइटमां का एक्सपोर्टर भी है, इंपोर्टर भी है। बड़ियां सारियां चीज़ां ਜਿਹੜੀਆਂ ਈਵਨ ਹਥਿਆਰਾਂ ਦਾ ਬੜਾ ਵੱਡਾ ਐਕਸਪੋਰਟਰ ਹੈ ਯੂਰਪ। ਹਾਲਾਂਕਿ ਸਾਡੇ ਵਪਾਰ ਨਾਲ ਉਹਦਾ ਕੋਈ ਤਲਕ ਨਹੀਂ, ਪਰ ਗਵਰਨਮੈਂਟ ਲੈਵਲ ਤੇ ਕਈ ਚੀਜ਼ਾਂ ਦਾ ਫਰਕ ਪੈਂਦਾ। ਸਾਰੀ ਦੁਨੀਆ ਇਫੈਕਟ ਹੋਏਗੀ, ਕੋਈ ਬੰਦਾ ਨਹੀਂ ਬਚੇਗਾ, ਕੋਈ ਟ੍ਰੇਡ ਨਹੀਂ ਬਚੇਗਾ ਔਰ ਮਹਿੰਗਾਈ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਸਰ ਡਰਾਈ ਫਰੂਟ ਦੀ ਟ੍ਰੇਡ ਦੀ ਗੱਲ ਕੀਤੀ ਜਾਵੇ ਤਾਂ ਕੀ ਇੰਪੈਕਟ ਆਇਆ ਫਿਲਹਾਲ? ਕੋਈ ਕੀਮਤਾਂ 'ਚ बढ़ोतरी ਸਾਹਮਣੇ ਆਈ ਹੈ ਜੀ? ਕੀਮਤਾਂ ਤੇ ਹੱਲੇ ਬਿਲਕੁਲ ਕੋਈ ਅਸਰ ਨਹੀਂ ਹੈਗਾ ਜੀ, ਮਗਰ ਕਿਉਂਕਿ ਹੱਲੇ ਲੋਕਾਂ ਦੇ ਕੋਲ ਮਾਲ ਪਿਆ ਹੈ, ਮਾਲ ਪਾਈਪਲਾਈਨ 'ਚ ਵੀ ਹੈ। ਅਗਰ ਲੜਾਈ ਲੰਬੀ ਚੱਲੇਗੀ ਤੇ ਡੈਫੀਨੇਟਲੀ ਅਸਰ ਆਏਗਾ। ਉਹਦੇ ਵਪਾਰੀਆਂ ਦਾ ਕੋਈ ਦੋਸ਼ ਨਹੀਂ, ਕਿਉਂਕਿ ਮਾਲ ਪਹੁੰਚਣਗੇ ਹੀ ਨਹੀਂ। ਜੇ ਸਕੇਰਸਿਟੀ ਹੋ ਜਾਏਗੀ ਤੇ ਕੁਦਰਤੀ ਗੱਲ ਹੈ ਫਿਰ ਰੇਟ ਵੱਧਦੇ ਆ। ਸ਼ਿਪਿੰਗ ਦੇ ਰੇਟਸ ਵੀ ਕੁਝ ਤੇਜ਼ ਹੋਏ ਜੀ? ਸ਼ਿਪਿੰਗ ਲਾਈਨ ਹੱਲੇ ਨਵੀਆਂ ਕੋਟੇਸ਼ਨਾਂ ਦੇ ਨਹੀਂ ਰਹੇ ਜੀ, ਉਸ ਸਿਚੁਏਸ਼ਨ ਦੇਖ ਰਹੇ, ਵੇਟ ਐਂਡ ਵਾਚ ਵਾਲੀ ਪੋਜੀਸ਼ਨ ਹੈ। ਤੇ ਕਿੰਨਾ ਟਾਈਮ ਪਹਿਲਾਂ ਕਿੰਨੀ ਦੇਰ 'ਚ ਕੰਟੇਨਰ ਜਾਂਦਾ ਸੀ ਤੇ ਹੁਣ ਕਿੰਨਾ ਵਧਾ? ਡੈਸਟੀਨੇਸ਼ਨ ਟੂ ਡੈਸਟੀਨੇਸ਼ਨ ਵੇਰੀ ਕਰਦਾ ਜੀ। ਕਿਸੇ ਥਾਂ ਤੇ ਹੁਣ ਇੱਥੋਂ ਦੁਬਈ ਭੇਜੋ ਤੇ 1 ਹਫ਼ਤੇ 'ਚ ਵੀ ਪਹੁੰਚ ਜਾਂਦਾ। ਤੇ ਹੁਣ ਸਵਾਲ ਹੈ ਜਿਹੜਾ ਅਮਰੀਕਾ ਦੇ ਤੁਸੀਂ ਭੇਜਣਾ ਹੋਏ ਤੇ ਉਹ 1.5 ਮਹੀਨੇ ਦਾ ਪੀਰੀਅਡ ਹੈ। ਡੈਸਟੀਨੇਸ਼ਨ ਟੂ ਡੈਸਟੀਨੇਸ਼ਨ ਵੇਰੀ ਕਰਦਾ। ਯੂਰਪ ਇਲਾਕੇ ਦੇ ਵਿੱਚ ਹੀ ਮੈਂ ਯੂਰਪ ਇਲਾਕੇ ਦੇ ਵਿੱਚ 3 ਹਫ਼ਤੇ ਦਾ ਟਾਈਮ ਸੀ ਜੀ ਪ੍ਰੈਕਟੀਕਲੀ। ਤੇ ਹੁਣ ਉਹ ਵੱਧਦਾ ਨਜ਼ਰ ਆ ਰਿਹਾ? ਨਹੀਂ, ਫਿਲਹਾਲ ਤਾਂ ਉਹਨਾਂ ਨੇ ਬੁਕਿੰਗ ਹੀ ਬੰਦ ਕੀਤੀ ਹੈ। ਜਿਹੜੇ ਮਾਲ ਰਸਤੇ 'ਚ ਚੱਲੇ ਹੈ ਉਹ ਸ਼ੁਕਰ ਕਰੋ ਜੇ ਸੇਫ ਐਂਡ ਸਾਊਂਡ ਪਹੁੰਚ ਜਾਣ ਡੈਸਟੀਨੇਸ਼ਨ ਤੇ, ਕੋਈ ਕਿਸੇ ਸਾਡੇ ਵਪਾਰੀ ਭਰਾ ਦਾ, ਇੰਪੋਰਟਰ ਦਾ, ਐਕਸਪੋਰਟਰ ਦਾ ਨੁਕਸਾਨ ਨਾ ਹੋਵੇ। ਕੋਈ ਇਸ ਚੀਜ਼ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨੇ ਕੁ ਕਰੋੜਾਂ ਦਾ ਮਾਲ ਇਸ ਵਕਤ ਜਿਹੜਾ ਹੈ ਸ਼ਿਪਿੰਗ ਦੇ ਵਿੱਚ? ਕੁਝ ਅੰਦਾਜ਼ਾ ਕਰੋੜਾਂ 'ਚ ਹੈ ਹੀ ਨਹੀਂ ਜੀ, ਤੇ ਅਰਬਾਂ ਖਰਬਾਂ ਦਾ ਮਾਲ ਹੈ ਜਿਹੜਾ ਰਸਤੇ 'ਚ ਜਿਹੜਾ ਆ ਰਿਹਾ ਜਾਂ ਜਾ ਰਿਹਾ। ਕੋਈ ਬੇਹਿਸਾਬ ਹੈ, ਕੋਈ ਗਿਣਤੀ ਹੋ ਨਹੀਂ। ਤਾਂ ਫਿਲਹਾਲ ਕੀ ਇੱਕ ਪ੍ਰਾਰਥਨਾ ਤਾਂ ਇੱਕ ਵਰਲਡ ਲੈਵਲ ਦੇ ਉੱਤੇ ਕੀ ਤੁਸੀਂ ਇੱਕ ਵਪਾਰੀ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ ਕਿ ਵਾਰ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ? ਮੈਂ ਤਾਂ ਜੀ ਅਸੀਂ ਤਾਂ ਬਿਲਕੁਲ ਪ੍ਰਾਰਥਨਾ ਕਰ ਰਹੇ ਹਾਂ ਕਿ ਰਾਤੋਂ ਅੱਗੇ ਲੜਾਈ ਬੰਦ ਹੋਵੇ ਤੇ ਦੁਨੀਆ ਅਮਨ ਸ਼ਾਂਤੀ ਨਾਲ ਦੁਨੀਆ ਆਪਣੀ ਸੁੱਖ ਦੀ ਸਾਹ ਲਵੇ ਤੇ ਅਮਨ ਸ਼ਾਂਤੀ ਨਾਲ ਜੀਏ। ਵਪਾਰ ਵੀ ਜਿੰਦਾ ਰਹੇ। ਵਪਾਰ ਬਿਲਕੁਲ ਜਿੰਦਾ ਰਹੇ, ਵਪਾਰ ਜਿੰਦਾ ਰਹੇਗਾ, ਸਾਰੇ ਜਿੰਦੇ ਵਸਦੇ ਰਹਿਣਗੇ, ਸਭ ਦੀ ਰੋਜ਼ੀ ਰੋਟੀ ਚੱਲਦੀ ਰਹੇਗੀ, ਤਾਂ ਹੀ ਸਭ ਕੁਝ ਠੀਕ ਚੱਲੇਗਾ। ਤੁਸੀਂ ਸਮਝਦੇ ਹੋ ਆਉਣ ਵਾਲੇ ਸਮੇਂ 'ਚ ਸਮਾਂ ਅਗਰ ਇਸ ਤਰ੍ਹਾਂ ਦੀ ਰਹਿੰਦੀ ਹੈ ਤਾਂ ਲੋਕਾਂ ਨੂੰ ਮਹਿੰਗਾਈ ਦੀ ਮਾਰ, ਵੱਡੀ ਮਹਿੰਗਾਈ ਦੀ ਮਾਰ ਕਿ ਛੋਟੀ ਮਹਿੰਗਾਈ ਦੀ ਮਾਰ ਚੱਲਣੀ ਪਏਗੀ? ਵੱਡੀ ਮਹਿੰਗਾਈ ਦੀ ਮਾਰ ਪੈ ਸਕਦੀ ਹੈ ਜੀ, ਜਿਹੜੀ ਸਰਕਾਰਾਂ ਦੇ ਵੱਸ 'ਚ ਨਹੀਂ ਹੋਏਗੀ ਰੋਕਣੀ। ਸਰਕਾਰ ਬੇਵੱਸ ਹੋ ਜਾਏਗੀ, ਆਪਣੀ ਜਿੰਨੀ ਮਰਜ਼ੀ ਸਰਕਾਰ ਕੋਸ਼ਿਸ਼ ਕਰ ਲੇ। ਹਾਲਾਂਕਿ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਬੇਸਿਕ ਚੀਜ਼ਾਂ ਹਿੰਦੁਸਤਾਨ 'ਚ ਆਪਣੀਆਂ ਬਹੁਤ ਸਾਰੀਆਂ, ਕਣਕ, ਚੌਲ, ਖੰਡ, ਘਿਓ, ਦੁੱਧ, ਸਾਡੇ ਕੋਲ ਸਾਰਾ ਕੁਝ ਆਪਣਾ ਹੈ। ਸਾਨੂੰ ਬਾਹਰ ਦੇ ਮੁਲਕਾਂ ਤੇ ਡਿਪੈਂਡੈਂਸ ਦੀ ਲੋੜ ਨਹੀਂ, ਪਰ ਮਹਿੰਗਾਈ ਤਾਂ ਸਭ ਆਏਗੀ ਉਹ ਆਏਗੀ। ਸ਼ੁਕਰੀਆ। SNBK ਬਜਾਜ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਅੰਤਰਰਾਸ਼ਟਰੀ ਤੌਰ ਦੇ ਉੱਤੇ ਕਿੰਨਾ ਕੁ ਨੁਕਸਾਨ ਜਿਹੜਾ ਹੈ ਉਹਦਾ ਹੋਣ ਜਾ ਰਿਹਾ ਹੈ ਤਾਂ ਉਹਦੀ ਗੱਲ ਕੀਤੀ ਹੈ। ਤਾਂ ਫਿਲਹਾਲ ਸ਼ਿਪਿੰਗ ਇੰਡਸਟਰੀ ਜਿਹੜੀ ਹੈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ, ਕਿਉਂਕਿ ਜਿਹੜੇ ਰਸਤੇ ਸੀ ਫਿਲਹਾਲ ਉੱਥੇ ਕਿਸੇ ਤਰ੍ਹਾਂ ਦੀ ਦਿੱਕਤ ਆ ਰਹੀ ਹੈ। ਤਾਂ ਫਿਲਹਾਲ ਕੋਈ ਵੀ ਨਵੀਂ ਸ਼ਿਪਿੰਗ ਕੰਪਨੀ ਜਿਹੜੀਆਂ ਨੇ ਆਰਡਰਸ ਨਹੀਂ ਲੈ ਰਹੀਆਂ। ਤਾਂ ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਅਗਰ ਲੜਾਈ ਬੰਦ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀ ਮਹਿੰਗਾਈ ਵੱਧ ਸਕਦੀ ਹੈ, ਤਾਂ ਜਿਸ ਨੂੰ ਕਿ ਰੋਕ ਪਾਉਣਾ ਸਰਕਾਰ ਦੇ ਵੱਸ ਦੀ ਵੀ ਖੇਡ ਨਹੀਂ ਹੋਵੇਗੀ। ਕੈਮਰਾਮੈਨ ਨਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ TV, ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।